प्रोग्राम गुरमत विचार विच देश ਅਤੇ ਵਿਦੇਸ਼ਾਂ ਦੀ ਸਮੂਹ ਸਾਧ ਸੰਗਤ ਦਾ ਸਵਾਗਤ ਹੈ। ਸਾਧ ਸੰਗਤ ਜੀ, ਗੁਰਮਤ ਵਿਚਾਰ ਪ੍ਰੋਗਰਾਮ ਵਿੱਚ ਜਿਸ ਤਰ੍ਹਾਂ ਤੁਸੀਂ ਜਾਣਦੇ ਹੀ ਹੋ ਕਿ ਅਸੀਂ ਵੱਖ-ਵੱਖ ਗੁਰਮਤ ਦੇ ਵਿਦਵਾਨਾਂ ਨੂੰ ਬੁਲਾ ਕੇ ਆਪ ਜੀ ਦੇ ਰੂਬਰੂ ਕਰਦੇ ਹਾਂ ਅਤੇ ਉਹਨਾਂ ਨਾਲ ਕਰਦੇ ਹਾਂ ਗੁਰਮਤ ਵਿਚਾਰਾਂ ਦੀ ਸਾਂਝ। ਸਾਡੇ ਅੱਜ ਦੇ ਇਸ ਪ੍ਰੋਗਰਾਮ ਵਿੱਚ ਪਹੁੰਚੇ ਹੋਏ ਹਨ ਡਾਕਟਰ ਹਰਜਿੰਦਰ ਸਿੰਘ ਜੀ ਪੱਟੀ ਵਾਲੇ, ਜਿਹੜੇ पेशे वजों तो डॉक्टर हैं पर ज्ञानी संत सिंह जी मस्कीन साहब की प्रेरणा सदका इन्होंने सिख धर्म के प्रचार में भी बहुत वड्डा योगदान पाया है। कई पुस्तकां लिखियां हन अते कई धार्मिक इन्होंने फिल्मां भी बनाईयां हन। इन्हां दे नाल ही दूसरे वीर साडे कोल पहुंचे हुए हैं डॉक्टर गुरप्रताप सिंह जी, जिहड़े कि जनरल सैकटरी हैं भाई लालो जी समाज सेवा संस्थान पट्टी दे। ਅਤੇ ਆਪ ਜੀ ਦਾ ਪ੍ਰੋਗਰਾਮ ਗੁਰਮਤ ਵਿਚਾਰ ਵਿੱਚ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇਹਨਾਂ ਦੋਨਾਂ ਹੀ ਗੁਰਮਤ ਦੇ ਵਿਦਵਾਨਾਂ ਨਾਲ ਸਾਡਾ ਗੁਰਮਤ ਵਿਚਾਰਾਂ ਦਾ ਵਿਸ਼ਾ ਰਹੇਗਾ ਗੁਰੂ ਘਰਾਂ ਵਿੱਚੋਂ ਦਿਨੋਂ ਦਿਨ ਘਟਦੀ ਜਾ ਰਹੀ ਸੰਗਤ ਦੇ ਕਾਰਨ ਅਤੇ ਇਸ ਦਾ ਸਮਾਧਾਨ। ਵੀਰ ਜੀ, ਸਭ ਤੋਂ ਪਹਿਲੇ ਗੱਲ ਮੈਂ ਆਪ ਜੀ ਤੋਂ ਸ਼ੁਰੂ ਕਰਾਂ। ਗੁਰਦੁਆਰੇ ਜਿਹੜੇ ਸਿੱਖਾਂ ਦੀ ਜਿੰਦ ਤੇ ਜਾਨ ਹਨ, ਇਹਨਾਂ ਗੁਰੂ ਘਰਾਂ ਦੇ ਨਾਲ ਗੁਰੂ ਸਾਹਿਬਾਨ ਦੇ ਸਮੇਂ ਵਿੱਚ ਸੰਗਤਾਂ ਕਿਵੇਂ ਜੁੜੀਆਂ ਹੋਈਆਂ ਸਨ? ਉਹ ਸ਼ਰਧਾ, ਉਹ ਪਿਆਰ, ਉਹ ਉਮਾ ਜਿਸ ਦੇ ਨਾਲ ਸੰਗਤਾਂ ਗੁਰੂ ਘਰਾਂ ਦੇ ਵਿੱਚ ਦਰਸ਼ਨਾਂ ਲਈ ਜਾਂਦੀਆਂ ਸੀ ਗੁਰੂ ਸਾਹਿਬਾਨ ਦੇ, ਉਹਦਾ ਥੋੜਾ ਜ਼ਿਕਰ ਕਰੋ। ਗੱਲ ਇੱਥੋਂ ਸ਼ੁਰੂ ਕਰੀਏ। ਵੀਰ ਜੀ, ਜੋ ਅੱਜ ਦਾ ਵਿਸ਼ਾ ਆਪ ਜੀ ਨੇ ਵਿਚਾਰਨ ਦੀ ਗੱਲ ਕੀਤੀ ਹੈ ਕਿ ਗੁਰਦੁਆਰਿਆਂ ਸਾਹਿਬ ਦੇ ਵਿੱਚ ਜਾਂ ਸਾਡੇ ਧਾਰਮਿਕ ਪਾਵਨ ਅਸਥਾਨਾਂ ਤੇ ਅੱਜ ਸੰਗਤ ਬਹੁਤ ਘੱਟ ਹੈ ਜੀ। ਪਰ ਗੁਰੂ ਸਾਹਿਬ ਦੇ ਸਮੇਂ, ਗੁਰੂ ਸਾਹਿਬ ਦੇ ਵਕਤ ਸਮੇਂ, ਜਦੋਂ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕੇ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਦਾ ਸਮਾਂ ਗਿਣ ਲਈਏ, ਉਸ ਸਮੇਂ ਜਿਹੜੀਆਂ ਸਿੱਖ ਸੰਗਤਾਂ ਦਾ ਇਕੱਠ ਬਹੁਤ ਸੀ, ਜਾਂ ਕਹਿ ਦਈਏ ਕਿ ਸਿੱਖ ਸੰਗਤਾਂ ਦੀ ਗਿਣਤੀ ਵੀ ਬਹੁਤ ਜ਼ਿਆਦਾ ਸੀ ਜੀ। ਵਿਚਾਰ ਕੀਤਾ ਜਾਵੇ ਤੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਮੇਂ ਦੀ ਜਿਹੜੀ ਸਿੱਖੀ 3 ਕਰੋੜ ਮੰਨੀ ਜਾਂਦੀ ਹੈ ਜੀ। ਔਰ ਇਹਦੀ ਇੰਨੀ ਡਿਵੈਲਪਮੈਂਟ ਹੋਈ, ਇੰਨੀ ਉન્નਤੀ ਹੋਈ, ਇੰਨਾ ਵਾਧਾ ਹੋਇਆ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਮੇਂ ਤੇ 12 ਕਰੋੜ ਦੀ ਗਿਣਤੀ ਸਿੱਖਾਂ ਦੀ ਜੀ, ਸਿੱਖ ਸੰਗਤਾਂ ਦੀ, ਗੁਰੂ ਸਾਹਿਬ ਨੂੰ ਮੰਨਣ ਵਾਲਿਆਂ ਦੀ ਜੀ। ਪਰ ਅੱਜ ਕੀ ਕਾਰਨ ਹੈ? ਅੱਜ ਕਿਹੜੀਆਂ ਘਾਟਾਂ ਹੈ? ਅੱਜ ਸਾਡੇ 'ਚ ਕਿਹੜੀਆਂ ਕਮੀਆਂ? ਸੋ ਆਪ ਜੀ ਦਾ ਇੱਕ ਖਾਸ ਵਿਸ਼ਾ, ਔਰ ਇਹ ਜਿਹੜਾ ਵਿਸ਼ਾ ਹੈ ਸਿਰਫ ਤੁਹਾਡਾ ਜਾਂ ਮੇਰਾ ਸਿਰਫ ਚੈਨਲ ਤੱਕ ਸੀਮਿਤ ਨਹੀਂ। ਮੈਂ ਸਮਝਦਾ ਜਿੱਥੇ ਵੀ ਨਾਨਕ ਨਾਮ ਲੇਵਾ ਗੁਰਸਿੱਖ ਹੈ, ਜਿੱਥੇ ਵੀ ਕੋਈ ਗੁਰੂ ਦਾ ਪਿਆਰਾ ਬੈਠਾ ਹੈ, ਉਹ ਇਸ ਗੱਲ ਦੇ ਉੱਤੇ ਚਿੰਤਤ ਹੈ ਜੀ ਕਿ ਅਸੀਂ ਹੁਣ ਧਰਮ ਦੇ ਪੱਖ ਤੋਂ ਪਿਛਾਂਹ ਕਿਉਂ ਜਾ ਰਹੇ ਜੀ। ਅਤੇ ਸਾਡੇ ਪਾਵਨ ਧਾਰਮਿਕ ਅਸਥਾਨਾਂ ਤੇ ਭਾਵ ਕਿ ਗੁਰਦੁਆਰਿਆਂ ਦੇ ਵਿੱਚ ਸਿੱਖਾਂ ਦੀ ਗਿਣਤੀ ਤੇ ਖਾਸ ਕਰਕੇ ਨੌਜਵਾਨ ਬੱਚਿਆਂ ਦੀ ਗਿਣਤੀ ਕਿਉਂ ਘਟ ਰਹੀ ਹੈ ਜੀ। ਵੀਰ ਜੀ ਗੁਰਪ੍ਰਤਾਪ ਸਿੰਘ ਜੀ, ਗੁਰੂ ਸਾਹਿਬਾਂ ਦੇ ਸਮੇਂ ਵਿੱਚ ਸੰਗਤਾਂ ਜਿਸ ਤਰ੍ਹਾਂ ਜੁੜੀਆਂ ਸੀ, ਉਸ ਵੇਲੇ ਤਾਂ ਭਾਈ ਲਾਲੋ ਦਾ ਘਰ ਸੀ, ਜਿਹੜਾ ਕਿਉਂਕਿ ਤੁਸੀਂ ਭਾਈ ਲਾਲੋ ਸੇਵਾ ਸੰਸਥਾ ਦੇ ਨਾਲ ਜੁੜੇ ਹੋ, ਉਹ ਘਰ ਹੀ ਗੁਰਦੁਆਰਾ ਬਣ ਗਿਆ ਜਦ ਗੁਰੂ ਨਾਨਕ ਦੇਵ ਜੀ ਉਸ ਘਰ 'ਚ ਗਏ। ਤੇ ਜਦ ਬਾਬੇ ਦੀ ਰਬਾਬ ਵੱਜੀ ਤਾਂ ਪੂਰੇ ਦਾ ਪੂਰਾ ਜੋ ਐਮਨਾਬਾਦ ਸੀ ਉਹ ਉਸ ਘਰ ਦੇ ਵਿੱਚ ਆ ਗਿਆ, ਘਰ ਹੀ ਗੁਰਦੁਆਰਾ ਬਣ ਗਿਆ। ਪਰ ਅੱਜ ਗੁਰਦੁਆਰੇ ਖਾਲੀ ਹੋ ਰਹੇ, ਉਹਦੇ ਵਿੱਚ ਕਾਰਨ ਕੀ ਸੀ? ਕੀ ਗੁਰੂ ਸਾਹਿਬ ਦੇ ਕੋਲ ਜਿਹੜੀ ਐਵੇਂ ਸੰਗਤ ਆ ਰਹੀ ਸੀ, ਉਹ ਅੱਜ ਕਮੀ ਕੀ ਆ ਗਈ ਹੈ? ਕੀ ਤੁਸੀਂ ਇਹਦੇ ਬਾਰੇ ਸੋਚ ਰਹੇ ਹੋ? ਵੀਰ ਜੀ, ਜੋ ਅੱਜ ਦਾ ਰੁਝਾਨ ਹੈ ਨੌਜਵਾਨ ਵਰਗ ਦੇ ਵਿੱਚ, ਸਭ ਤੋਂ ਜ਼ਿਆਦਾ ਤਾਂ ਸਾਨੂੰ ਜੋ ਮਾਰ ਪਈ ਹੈ ਉਹ ਸਾਡੇ ਵਿੱਚ ਗੁਰੂ ਸਾਹਿਬ ਦੇ ਪ੍ਰਤੀ ਨੌਜਵਾਨਾਂ ਦੇ ਵਿੱਚ। ਜਿਸ ਤਰ੍ਹਾਂ ਪਹਿਲਾਂ ਪੁਰਾਣੇ ਸਮੇਂ ਦੇ ਵਿੱਚ ਜਾਂ ਕੁਝ ਪਿਛਲੇ ਸਮੇਂ ਦੇ ਵਿੱਚ ਆਪਾਂ ਗੱਲ ਸੁਣ ਸਕਦੇ ਹਾਂ ਜੀ ਵੀ ਦਾਦੀ ਮਾਂ ਨੇ ਆਪਣੇ ਪੋਤੇ ਨੂੰ ਸਾਖੀ ਸੁਣਾਉਣੀ, ਗੁਰੂ ਸਾਹਿਬ ਦੇ ਇਤਿਹਾਸ ਸੁਣਾਉਣੇ। ਪਰ ਅੱਜ ਦੇ ਯੁੱਗ ਦੇ ਵਿੱਚ ਨਾ ਤਾਂ ਮਾਵਾਂ ਕੋਲ ਟਾਈਮ ਹੈ ਵੀ ਆਪਣੇ ਬੱਚਿਆਂ ਨੂੰ ਇਤਿਹਾਸ ਸਿਖਾਵੇ, ਔਰ ਬਹੁਤ ਜਿਹੜੀ ਨਵੀਂ ਜਨਰੇਸ਼ਨ ਉਹਨਾਂ ਤੋਂ ਬਹੁਤਿਆਂ ਵਿੱਚ ਤਾਂ ਪਤਾ ਹੀ ਨਹੀਂ ਗਾ ਵੀ ਸਾਡੇ 5 ਪਿਆਰਿਆਂ ਦੇ ਕੀ ਨਾਂ ਨੇ, 4 ਸਾਹਿਬਜ਼ਾਦਿਆਂ ਦੇ ਕੀ ਨਾਂ, 10 ਗੁਰੂਆਂ ਦੇ ਕੀ ਨਾਂ ਨੇ ਜੀ। ਸੋ ਸਭ ਤੋਂ ਵੱਡੀ ਕਮੀ ਜਿਹੜੀ ਸਾਡੇ ਵਿੱਚ ਮਹਿਸੂਸ ਹੋ ਰਹੀ ਹੈ ਉਹ ਅਵੇਅਰਨੈਸ ਹੈ, ਪ੍ਰਚਾਰ ਹੈ। ਬੇਸ਼ੱਕ ਵੱਖ-ਵੱਖ ਸੰਸਥਾਵਾਂ ਬਹੁਤ ਪ੍ਰਚਾਰ ਕਰ ਰਹੀਆਂ ਨੇ ਜੀ, ਪਰ ਉਹ ਕਮੀ ਹੋਣ ਕਰਕੇ ਹੀ ਇਹ ਚੀਜ਼ਾਂ ਜਿਹੜੀਆਂ ਨੇ ਉਹ ਨੌਜਵਾਨ ਵਰਗ ਦੇ ਵਿੱਚ ਕਮੀ ਆ ਰਹੀ ਹੈ, ਜਿਸ ਕਰਕੇ ਉਹਨਾਂ ਦਾ ਧਿਆਨ ਗੁਰਦੁਆਰੇ ਪਾਸੇ ਘੱਟ ਹੈ। ਤੇ
ਪੱਛਮੀ ਸੱਭਿਆਚਾਰ ਵੱਲ ਰੁਝਾਨ ਜਿਹੜਾ ਉਹ ਜ਼ਿਆਦਾ ਵੱਧਦਾ ਜਾ ਰਿਹਾ। ਡਾਕਟਰ ਸਾਹਿਬ ਹਰਜਿੰਦਰ ਸਿੰਘ ਜੀ, ਸਭ ਤੋਂ ਪਹਿਲੇ ਤੇ ਇਹਨਾਂ ਨੇ ਇੱਕ ਗੱਲ ਕਹੀ ਹੈ ਕਿ ਅੱਜ ਟਾਈਮ ਨਹੀਂ ਹੈ ਮਾਂ ਦੇ ਕੋਲ ਵੀ। ਕੀ ਗੁਰੂ ਘਰਾਂ ਦੇ ਖਾਤਰ ਅਸੀਂ ਕੋਈ ਟਾਈਮ ਦੇ ਹੀ ਨਹੀਂ ਸਕਦੇ, ਹੈ ਹੀ ਨਹੀਂ, ਜਾਂ ਇਹਦੇ ਵਿੱਚ ਕਿਵੇਂ ਕੱਢਿਆ ਜਾ ਸਕਦਾ ਟਾਈਮ ਕੁਛ? ਕਿਉਂਕਿ ਜੇ ਮੁਸ਼ਕਲ ਹੈ, ਸਮੱਸਿਆ ਹੈ, ਤੇ ਉਹਦਾ ਸਮਾਧਾਨ ਵੀ ਕੋਈ ਹੋਵੇਗਾ, ਤੇ ਉਹ ਸਮਾਧਾਨ ਅਸੀਂ ਥੋੜਾ ਜਿਹਾ ਵੇਖੀਏ ਕੀ ਹੋ ਸਕਦਾ ਹੈ। ਮੈਂ ਆਪਣੇ ਛੋਟੇ ਵੀਰ ਦੀ ਗੱਲ ਦੇ ਨਾਲ ਪੂਰਾ ਸਹਿਮਤ ਹਾਂ ਕਿ ਅੱਜ ਮਾਂ-ਬਾਪ, ਸਾਡੇ ਬਜ਼ੁਰਗ ਆਪਣੇ ਬੱਚਿਆਂ ਵਾਸਤੇ ਟਾਈਮ ਜਿਹੜਾ ਹੈ ਉਹ ਘੱਟ ਦੇ ਰਹੇ ਨੇ, ਉਹਨਾਂ ਨਾਲ ਘੱਟ ਸਪੈਂਡ ਕਰਦੇ ਨੇ, ਖਾਸ ਕਰਕੇ ਧਾਰਮਿਕ ਦੇ ਵਿਸ਼ੇ ਤੌਰ ਦੇ ਉੱਤੇ। ਇਹਦੇ ਨਾਲ ਨਾਲ ਮੈਂ ਇਹ ਵੀ ਬੇਨਤੀ ਜ਼ਰੂਰ ਕਰਾਂ ਜੀ, ਗੱਲ ਸਿਰਫ ਟਾਈਮ ਦੀ ਨਹੀਂ, ਵਕਤ ਦੀ ਨਹੀਂ। ਜੇ ਟਾਈਮ ਕੱਢਣਾ ਚਾਹੀਦਾ, ਟਾਈਮ ਕੱਢਿਆ ਜਾ ਸਕਦਾ ਹੈ, ਪਰ ਅਸੀਂ ਟਾਈਮ ਕੱਢ ਹੀ ਨਹੀਂ ਰਹੇ, ਇੱਕ ਬਹਾਨਾ ਜਿਹਾ ਬਣਾ ਲਿਆ। ਦੂਸਰੇ ਪਾਸੇ ਜਿੱਥੇ ਅਸੀਂ ਇਹ ਵਿਚਾਰ ਕਰਦੇ ਹਾਂ ਕਿ ਸਾਡੇ ਬੱਚਿਆਂ ਨੂੰ ਨੌਲੇਜ ਨਹੀਂ, ਗਿਆਨ ਨਹੀਂ, ਧਰਮ ਕੀ ਹੈ, ਜਿਸ ਤਰ੍ਹਾਂ ਮੇਰੇ ਵੀਰ ਜੀ ਨੇ ਹੁਣੇ ਹੀ ਬਚਨ ਕੀਤਾ ਹੈ ਕਿ ਪੰਜਾਂ ਪਿਆਰਿਆਂ ਦੇ ਨਾਂ ਦੇ ਪਤਾ ਨਹੀਂ, ਸਾਡੇ ਖਾਸ ਕਰਕੇ ਨੌਜਵਾਨਾਂ ਨੂੰ, ਸਾਡੇ ਬੱਚਿਆਂ ਨੂੰ, ਇੱਥੋਂ ਤੱਕ ਕਿ ਬਹੁਤੇ ਬੱਚਿਆਂ ਨੂੰ 10 ਗੁਰੂ ਸਾਹਿਬਾਨਾਂ ਦੇ ਨਾਮ ਦਾ ਵੀ ਪਤਾ ਨਹੀਂ ਜੀ। ਸਵਾਲ ਪੈਦਾ ਹੋ ਗਿਆ ਕਿ ਬੱਚਿਆਂ ਨੂੰ ਸਿਖਾਇਆ ਜਾਏ, ਦੱਸਿਆ ਜਾਏ। ਪਰ ਜੇ ਮੈਂ ਇਹ ਬਚਨ ਕਵਾਂ, ਅਗਰ ਸਰਵੇ ਕੀਤਾ ਜਾਏ, ਔਰ ਕਈ ਵਾਰ ਸਰਵੇ ਹੋਇਆ ਵੀ ਹੈ, ਖਾਸ ਕਈ ਚੈਨਲਾਂ ਵਾਲਿਆਂ ਨੇ ਇਹ ਸਰਵੇ ਕੀਤਾ ਹੈ ਔਰ ਅੰਕੜੇ ਸਾਡੇ ਸਾਹਮਣੇ ਆਏ ਨੇ ਵੀ ਅਸੀਂ ਬੱਚਿਆਂ ਦੀ ਗੱਲ ਕਰਦੇ ਹਾਂ, ਖਾਸ ਕਰਕੇ ਜਿਹੜੇ ਸਾਡੇ ਨੌਜਵਾਨ, ਜਿਹੜੇ ਸਾਡੇ ਬਜ਼ੁਰਗ ਨੇ, ਉਹ ਬਹੁਤਿਆਂ ਨੂੰ, ਮੈਂ ਬਹੁਤਿਆਂ ਦੀ ਗੱਲ ਕਰਦਾ, ਉਹਨਾਂ ਨੂੰ ਵੀ ਸਾਡੇ ਗੁਰੂ ਸਾਹਿਬਾਨਾਂ ਦੇ ਨਾਮਾਂ ਬਾਰੇ, ਉਹਨਾਂ ਦੀਆਂ ਜੀਵਨੀਆਂ ਬਾਰੇ ਔਰ ਸਿੱਖ ਇਤਿਹਾਸ ਬਾਰੇ ਬਹੁਤਿਆਂ ਨੂੰ ਨੌਲੇਜ ਹੀ ਨਹੀਂ ਜੀ। ਜਦੋਂ ਉਹਨਾਂ ਨੂੰ ਨੌਲੇਜ ਨਹੀਂ, ਉਹਨਾਂ ਨੂੰ ਗਿਆਨ ਨਹੀਂ, ਤੇ ਉਹ ਆਪਣੇ ਬੱਚਿਆਂ ਨੂੰ ਕੀ ਵੰਡਣਗੇ? ਬੱਚਿਆਂ ਨੂੰ ਉਹ ਸਾਡੇ ਧਾਰਮਿਕ ਸਟੋਰੀਆਂ ਕੀ ਸੁਣਾਉਣਗੇ, ਕਹਾਣੀਆਂ ਕੀ ਸੁਣਾਉਣਗੇ? ਬੱਚੇ ਜੁੜਨਗੇ ਕਿੱਦਾਂ? ਵੀਰ ਜੀ, ਤੁਸੀਂ ਤੇ ਵਿਦੇਸ਼ਾਂ ਦੇ ਵਿੱਚ ਵੀ ਜਾਂਦੇ ਹੋ ਔਰ ਬਾਹਰਲੇ ਦੇਸ਼ਾਂ ਜਾ ਕੇ ਵੀ ਪ੍ਰਚਾਰ ਕਰਦੇ ਹੋ, ਗੁਰਮਤ ਦੇ ਨਾਲ ਜੋੜਦੇ ਹੋ, ਤੇ ਗੁਰਮਤ ਦਾ ਪਹਿਲੇ ਤੇ ਜਿਹੜਾ ਸਬਜੈਕਟ ਹੈ, ਇਹਦੇ ਵਿੱਚ ਕਿਹੜੀਆਂ-ਕਿਹੜੀਆਂ ਐਸੀਆਂ ਅਛਾਈਆਂ, ਕਿਹੜੇ-ਕਿਹੜੇ ਗੁਣ ਛੁਪੇ ਆ ਕਿ ਜੇ ਇਹ ਗੁਣ ਸਿਖਾਏ ਜਾਣ ਤੇ ਮਨੁੱਖ ਦੀ ਜਿਹੜੀ ਆ ਉਹ ਕਾਇਆ ਕਲਪ ਹੋ ਸਕਦੀ ਹੈ, ਉਹਦੀ ਤਕਦੀਰ ਤੇ ਤਸਵੀਰ ਦੋਵੇਂ ਹੀ ਬਦਲ ਸਕਦੀ। ਆਪ ਜੀ ਦਾ ਜਿਹੜਾ ਸਵਾਲ ਹੈ ਬਹੁਤ ਹੀ ਸੁੰਦਰ, ਬਹੁਤ ਹੀ ਵਧੀਆ, ਬਹੁਤ ਹੀ ਚੰਗਾ, ਅਤੇ ਮੈਂ ਸਮਝਦਾ ਹਾਂ ਹਰ ਇੱਕ ਨਾਨਕ ਨਾਮ ਲੇਵਾ ਗੁਰਸਿੱਖ ਦਾ ਇਹ ਸਵਾਲ ਹੈ, ਜਾਂ ਮੈਂ ਕਹਿ ਦਿਆਂ ਜੋ ਵੀ ਸਿੱਖ ਧਰਮ ਦੇ ਨਾਲ ਪਿਆਰ ਕਰਦਾ ਉਹਦਾ ਇਹ ਸਵਾਲ ਹੈ ਕਿ ਗੁਰਦੁਆਰਿਆਂ ਦੇ ਵਿੱਚ ਸੰਗਤ ਕਿਉਂ ਘੱਟ ਹੈ, ਤੇ ਖਾਸ ਕਰਕੇ ਨੌਜਵਾਨ ਵਰਗ ਕਿਉਂ ਘੱਟ ਹੈ। ਇਹਦੇ ਵਾਸਤੇ ਮੈਂ ਬੇਨਤੀਆਂ ਕਰਾਂ, ਬਹੁਤ ਜ਼ਿਆਦਾ ਕਾਰਨ ਨੇ। ਨੰਬਰ ਤੇ ਇੱਕ ਇਹ ਕਿ ਜਿਸ ਤਰ੍ਹਾਂ ਮੇਰੇ ਵੀਰ ਜੀ ਨੇ ਕਿਹਾ ਵੀ ਗੁਰਦੁਆਰਾ ਇੱਕ ਸਕੂਲ ਹੈ, ਪਰ ਅੱਜ ਦੇ ਸਮੇਂ ਤੇ, ਅੱਜ ਦੇ ਵਕਤ ਅਨੁਸਾਰ ਜਿਹੜਾ ਗੁਰਦੁਆਰਾ ਨਾ ਸਿਰਫ ਸਾਡੇ ਸੰਸਕਾਰਾਂ ਨਾਲ ਬੱਝਾ ਹੋਇਆ ਹੈ। ਕਹਿਣ ਤੋਂ ਭਾਵ ਕਿ ਗੁਰਦੁਆਰਾ ਸਿਰਫ ਸਾਡੇ ਜਨਮ ਦਿਨ ਦਾ ਕੁਝ ਸਮਾਂ ਹੈ, ਸਾਡੇ ਆਨੰਦ ਕਾਰਜ, ਸਾਡੇ ਵਿਆਹ ਸਮੇਂ, ਜਾਂ ਸਾਡੇ ਆਪਣਾ ਮ੍ਰਿਤਕ ਸੰਸਕਾਰ ਸਮੇਂ, ਜਿਹੜੀਆਂ ਆਮ ਕਰਕੇ ਸਾਡੇ ਸਿੱਖ ਰੋਹ ਰੀਤਾਂ ਨੇ, ਜਾਂ ਜਿਸ ਤਰ੍ਹਾਂ ਅਸੀਂ ਗੁਰਦੁਆਰੇ ਪ੍ਰੋਗਰਾਮ ਕਰਦੇ ਆ, ਜਾਂ ਸੰਗਰਾਂਦ ਦਾ ਦਿਨ ਮਨਾ ਲਿਆ, ਜਾਂ ਗੁਰਪੁਰਬ ਦਿਨ ਮਨਾ ਲਏ, ਸਿਰਫ ਸਾਡੇ ਸੰਸਕਾਰਾਂ ਦੇ ਨਾਲ ਹੀ ਵੱਜ ਗਿਆ ਜੀ। ਜਦੋਂ ਕਿ ਗੁਰਦੁਆਰਾ, ਜਿਸ ਤਰ੍ਹਾਂ ਮੇਰੇ ਵੀਰ ਜੀ ਕਿਹਾ, ਉਹ ਇੱਕ ਸਕੂਲ ਵੀ ਹੈ। ਔਰ ਮਾਫ ਕਰਨਾ, ਅੱਜ ਦੇ ਸਮੇਂ 'ਚ ਮੈਂ ਉਹਨੂੰ ਹਸਪੀਟਲ ਵੀ ਕਹਿ ਦਾਂ ਤੇ ਗਲਤ ਨਹੀਂ ਜੀ, ਕਿਉਂਕਿ ਹਸਪਤਾਲ ਇੱਕ ਲੋੜਵੰਦਾਂ ਵਾਸਤੇ ਦਵਾਖਾਨਾ ਵੀ ਹੈ, ਔਰ ਲੋੜਵੰਦਾਂ ਵਾਸਤੇ ਕੋਈ ਦੂਰ ਦਰੇਡੇ ਤੋਂ ਚੱਲ ਕੇ ਆਇਆ ਉਹਦੇ ਵਾਸਤੇ ਕੋਈ ਮੁਸਾਫਰਖਾਨਾ ਵੀ ਹੈ ਜੀ। ਦੂਸਰਾ ਜਿਹੜਾ ਆਪ ਜੀ ਨੇ ਇਹ ਸਵਾਲ ਕੀਤਾ ਸੀ ਵੀ ਭਾਈ ਲਾਲੋ ਜੀ ਦੇ ਸਮੇਂ ਦੇ ਉੱਤੇ ਉਹਦਾ ਘਰ ਹੀ ਗੁਰਦੁਆਰਾ ਬਣ ਗਿਆ, ਤੇ ਪਾਤਸ਼ਾਹ ਭਾਈ ਗੁਰਦਾਸ ਜੀ ਦੇ ਬਚਨ ਨੇ ਵੀ ਘਰ ਘਰ ਅੰਦਰ ਧਰਮਸਾਲ। ਲੋੜ ਤਾਂ ਅੱਜ ਵੀ ਸਾਡੇ ਘਰ ਵੀ ਗੁਰਦੁਆਰੇ ਬਣਨ, ਉਹ ਧਰਮਸ਼ਾਲਾ ਬਣਨ, ਧਰਮ ਦੀ ਗੱਲ ਹੋਵੇ, ਪਰ ਅੱਜ ਘਰਾਂ ਦੀ ਗੱਲ ਤਾਂ ਕਿਧਰੇ ਰਹਿ ਗਈ। ਮੈਨੂੰ ਕਹਿਣਾ ਪਏਗਾ ਕਿ ਅਫਸੋਸ ਦੇ ਨਾਲ ਕਿ ਬਹੁਤੇ ਗੁਰਦੁਆਰਿਆਂ ਦੇ ਵਿੱਚ ਕਈ ਥਾਂ ਧਾਰਮਿਕ ਗੱਲ ਘੱਟ ਤੇ ਸਿਆਸਤੀ ਗੱਲ ਜ਼ਿਆਦਾ ਜੀ। ਇਹਦੇ ਨਾਲ ਨਾਲ ਹੋਰ ਜਿਹੜੀ ਮੈਂ ਕਮੀ ਸਮਝਦਾ ਕਿ ਜਿਹੜੇ ਸਾਡੇ ਪ੍ਰੀਚਰ, ਜਿਨ੍ਹਾਂ ਨੇ ਧਰਮ ਪ੍ਰਚਾਰ ਕਰਨਾ ਹੈ, ਧਰਮ ਦੀ ਗੱਲ ਕਰਨਾ ਹੈ, ਉਹ ਬਹੁਤ ਘੱਟ ਪੜ੍ਹੇ ਲਿਖੇ ਨੇ ਜੀ, ਬਹੁਤ ਘੱਟ ਪੜ੍ਹੇ ਲਿਖੇ ਨੇ। ਜਿੱਥੇ ਪੜ੍ਹੇ ਲਿਖੇ ਨੇ, ਮੁਬਾਰਕ ਨੇ, ਚੰਗੇ ਨੇ। ਦੂਸਰੀ ਗੱਲ, ਜਦੋਂ ਕੋਈ ਨੌਜਵਾਨ ਬੱਚਾ ਕਿਸੇ ਸਾਡੇ ਗ੍ਰੰਥੀ ਸਾਹਿਬਾਨ ਤੇ, ਕਿਸੇ ਸਾਡੇ ਪ੍ਰਚਾਰਕ ਤੇ, ਜਾਂ ਰਾਗੀ ਸਾਹਿਬਾਨ ਦੇ ਉੱਤੇ, ਜਾਂ ਢਾਡੀ ਸਾਹਿਬਾਨ ਉੱਤੇ ਕੋਈ ਸਵਾਲ ਕਰਦਾ ਹੈ, ਕੋਈ ਕੁਐਸਚਨ ਪੁੱਟ ਕਰਦਾ ਹੈ, ਤੇ ਉਹ ਜਿਹੜਾ ਪ੍ਰੀਚਰ ਹੈ ਜਾਂ ਪ੍ਰੀਸਟ ਹੈ, ਗੁਰਦੁਆਰੇ ਦਾ ਗ੍ਰੰਥੀ ਸਾਹਿਬਾਨ ਹੈ, ਜਾਂ ਰਾਗੀ ਸਾਹਿਬਾਨ ਹੈ, ਜਾਂ ਪ੍ਰਚਾਰਕ ਹੈ, ਉਹਦਾ ਸਹੀ ਜਵਾਬ ਨਹੀਂ ਦੇ ਪਾਉਂਦਾ, ਭਾਵ ਉਹਨੂੰ ਸੈਟੀਸਫਾਈ ਨਹੀਂ ਕਰਦਾ,
ਉਹਦੇ ਅੰਦਰ ਇੱਕ ਸਵਾਲ ਰਹਿ ਜਾਂਦਾ ਹੈ। ਜੀ ਜਦੋਂ ਉਹਦਾ ਸਵਾਲ ਪੂਰਾ ਨਹੀਂ ਹੁੰਦਾ, ਹੌਲੀ ਹੌਲੀ ਉਹ ਜਿਹੜਾ ਗੁਰਦੁਆਰੇ ਤੋਂ ਪਿਛਾ ਹੁੰਦਾ। ਇੱਥੇ ਹੀ ਬਸ ਨਹੀਂ, ਬਲਕਿ ਖਾਸ ਕਰਕੇ ਮੈਂ ਇਹ ਗੱਲ ਕਹਿਣੀ ਚਾਹਾਂਗਾ ਕਿ ਅੱਜ ਦੇ ਬੱਚਿਆਂ ਦਾ ਜਿਹੜਾ ਸਾਡਾ ਆਲੇ ਦੁਆਲੇ ਦਾ এনवायरमेंट ਬਣ ਚੁੱਕਾ ਹੈ, ਸਾਡੇ ਪੰਜਾਬੀ ਸੱਭਿਆਚਾਰ ਦੇ ਨਾਂ ਦੇ ਉੱਤੇ ਕੁਝ ਉਹਨਾਂ ਨੇ ਜ਼ਿੰਦਗੀ ਦੇ ਮਸਲੇ, ਕੋਈ ਜ਼ਿੰਦਗੀ ਦੀਆਂ ਐਸੀਆਂ ਗੱਲਾਂ ਸਾਡੇ ਗਾਇਕਾਂ ਨੇ ਸਾਡੇ ਸਾਹਮਣੇ ਰੱਖ ਦਿੱਤੀਆਂ। ਉਹਨਾਂ ਦੇ ਗਾਣਿਆਂ ਦੇ ਵਿੱਚ ਜਿਹੜੀ ਸਕੂਲਾਂ ਦੀ ਜ਼ਿੰਦਗੀ ਹੈ, ਕਾਲਜਾਂ ਦੀ ਜ਼ਿੰਦਗੀ ਹੈ ਸਾਡੀ, ਉਹ ਉਹਨਾਂ ਸਾਹਮਣੇ ਰੱਖ ਦਿੱਤੀ ਹੈ। ਅੱਛਾ, ਖਾਸ ਕਰਕੇ ਬੱਚਿਆਂ ਦਾ এনवायरमेंट ਇਸ ਤਰ੍ਹਾਂ ਦਾ ਬਣਾ ਦਿੱਤਾ ਗਿਆ ਹੈ ਕਿ ਉਹਨਾਂ ਦਾ ਜਿਹੜਾ ਧਿਆਨ ਹੈ ਅੱਜ ਦੇ ਗਾਇਕਾਂ ਵੱਲੇ ਜ਼ਿਆਦਾ। ਕਾਰਨ ਕਿਉਂਕਿ ਉਹਨਾਂ ਦੇ ਗੀਤਾਂ ਦੇ ਵਿੱਚ ਉਹਨਾਂ ਦੇ ਸਕੂਲਾਂ ਦੀ ਲਾਈਫ, ਉਹਨਾਂ ਦੇ ਕਾਲਜਾਂ ਦੀ ਲਾਈਫ ਅੱਜ ਇਸ ਸਮੇਂ ਅਨੁਸਾਰ ਹੋ ਰਿਹਾ ਹੈ। ਸੋ ਉਹ ਜੋ ਉਹਨਾਂ ਨੂੰ ਉਹਨਾਂ ਦੇ ਗੀਤਾਂ ਵਿੱਚੋਂ ਮਿਲ ਰਿਹਾ ਹੈ, ਇਸ ਕਰਕੇ ਉਹ ਗੀਤਾਂ ਦੇ ਨਾਲ, ਫਿਲਮਾਂ ਦੇ ਨਾਲ ਜ਼ਿਆਦਾ ਵੱਜ ਗਏ ਨੇ, ਅੱਜ ਦੇ ਸੀਰੀਅਲ ਦੇ ਨਾਲ ਵੱਜ ਗਏ ਨੇ, ਤੇ ਗੁਰਦੁਆਰੇ ਵਾਲੇ ਪਾਸੋਂ ਉਹਨਾਂ ਦਾ ਧਿਆਨ ਜਿਹੜਾ ਘਟ ਗਿਆ ਹੈ। ਸੋ ਇਹਦੇ ਨਾਲ ਨਾਲ ਗੁਰਦੁਆਰਿਆਂ ਦੇ ਵਿੱਚ ਜੋ ਗ੍ਰੰਥੀ ਸਾਹਿਬਾਨਾਂ ਦੀ, ਜੋ ਸਾਡੇ ਪ੍ਰਚਾਰਕਾਂ ਦੀ, ਜੋ ਸਾਡੇ ਰਾਗੀ ਸਿੰਘਾਂ ਦੀ, ਢਾਡੀ ਸਿੰਘਾਂ ਦਾ ਜੋ ਮਾਣ ਤੇ ਸਤਿਕਾਰ ਹੋਣਾ ਚਾਹੀਦਾ, ਉਹ ਵੀ ਬਹੁਤ ਜ਼ਿਆਦਾ ਗੁਰਦੁਆਰਾ ਪ੍ਰਬੰਧਕਾਂ ਦੇ ਵਿੱਚ ਮੈਂ ਸਮਝਦਾ ਕਿ ਘਾਟ ਹੈ। ਉਹ ਵੀ ਇੱਕ ਲੋੜ ਹੈ ਕਿ ਇਸ ਪਾਸੇ ਧਿਆਨ ਦਿੱਤਾ ਜਾਵੇ ਤੇ ਗ੍ਰੰਥੀ ਸਾਹਿਬਾਨਾਂ ਨੂੰ, ਰਾਗੀ ਸਾਹਿਬਾਨਾਂ ਨੂੰ ਅਤੇ ਸਾਡੇ ਪ੍ਰਚਾਰਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਸੰਗਤ ਦੀ ਗੱਲ ਨੂੰ ਬੜੇ ਧਿਆਨ ਦੇ ਨਾਲ ਸੁਣਨ ਤੇ ਜੋ ਗੁਰੂ ਨਾਨਕ ਪਾਤਸ਼ਾਹ ਦੀ ਸੋਚ ਹੈ, ਜੋ ਉਹਨਾਂ ਦੇ ਅਸੂਲ ਨੇ, ਜੋ ਇੱਕ ਰਹਿਤ ਮਰਜ਼ਾਦਾ ਸ਼੍ਰੀ ਅਕਾਲ ਤਖਤ ਸਾਹਿਬ ਦੀ ਹੈ, ਉਸ ਨੂੰ ਲੈ ਕੇ ਚੱਲਣ। ਤੇ ਮੈਂ ਸਮਝਦਾ ਹਾਂ ਕਿ ਜਿਹੜੀ ਗੁਰਦੁਆਰਿਆਂ ਦੇ ਵਿੱਚ ਨੌਜਵਾਨਾਂ ਦੀ ਜਿਹੜੀ ਗਿਣਤੀ ਵੱਧ ਸਕਦੀ ਹੈ। ਵੀਰ ਜੀ, ਇਹਨਾਂ ਨੇ ਇੱਕ ਸਵਾਲ ਜਿਹੜਾ ਵਾ ਉਹ ਵਿੱਚ ਛੱਡਿਆ ਹੈ ਕਿ ਅੱਜ ਦਾ ਜਿਹੜਾ ਗ੍ਰੰਥੀ ਹੈ, ਪ੍ਰਚਾਰਕ ਹੈ, ਢਾਡੀ ਹੈ, ਉਹ ਨੌਜਵਾਨਾਂ ਦੇ ਪ੍ਰਸ਼ਨਾਂ ਦੇ ਉੱਤਰ ਨਹੀਂ ਦੇ ਪਾ ਰਿਹਾ। ਇਹਦਾ ਮਤਲਬ ਉਹਦੇ ਵਿੱਚ ਕੁਆਲਿਟੀਜ਼ ਨਹੀਂ। ਡਾਕਟਰ ਹੈ ਜਿਹੜਾ ਉਹ ਹੋਰ ਕੁਆਲੀਫਾਈ ਹੋ ਰਿਹਾ ਹੈ, ਵਕੀਲ ਹੋਰ ਕੁਆਲੀਫਾਈ ਹੋ ਰਿਹਾ ਹੈ, ਇੰਜੀਨੀਅਰ ਹੈ ਜਿਹੜਾ ਉਹ ਹੋਰ ਕੁਆਲੀਫਾਈ ਹੋ ਰਿਹਾ ਹੈ। ਤੇ ਇਹ ਕੀ ਕਾਰਨ ਹੈ ਕਿ ਜੋ ਸਾਡੇ ਗ੍ਰੰਥੀ ਨੇ, ਪ੍ਰਚਾਰਕ ਨੇ, ਉਹਨਾਂ ਦੀ ਕੁਆਲੀਫਿਕੇਸ਼ਨ ਦਿਨੋਂ ਦਿਨ ਘਟਦੀ ਜਾ ਰਹੀ ਹੈ। ਜੋ ਅੱਜ ਦਾ ਸਿਸਟਮ ਚੱਲ ਰਿਹਾ ਹੈ ਬੱਚਿਆਂ ਨੂੰ ਸਿਖਾਉਣ ਦਾ, ਉਹਦੇ ਵਿੱਚ ਬਹੁਤਾ ਜ਼ਿਆਦਾ ਸਿਆਸਤ ਦੀ ਐਂਟਰੀ ਹੋਣਾ ਵੀ ਜਿਹੜਾ ਹੈ ਉਹ ਇਹ ਬਹੁਤ ਵੱਡੀ ਘਾਟ ਹੈ। ਕਿਸ ਹੱਦ ਤੱਕ ਹੈ ਜਿਹੜਾ ਉਹ ਸਾਡੇ ਧਰਮ ਪ੍ਰਚਾਰ ਨੂੰ ਪ੍ਰਭਾਵਿਤ ਕੀਤਾ ਹੈ? ਕਿਉਂਕਿ ਸ਼ਾਇਦ ਜੋ ਅੱਜ ਦੇ ਜ਼ਮਾਨੇ ਵਿੱਚ ਮੈਂ ਕਹਿੰਦਾ ਕਿ ਇੱਕ ਸਤਿਕਾਰ, ਇੱਕ ਖਾਸ ਤਰ੍ਹਾਂ ਦਾ ਕ੍ਰੈਡਿਟ ਜੋ ਇੱਕ ਸਿਆਸੀ ਬੰਦੇ ਨੂੰ ਮਿਲਦਾ ਹੈ, ਉਹ ਕ੍ਰੈਡਿਟ ਅੱਜ ਸ਼ਾਇਦ ਇੱਕ ਪ੍ਰਚਾਰਕ ਨੂੰ, ਇੱਕ ਗੁਰਮਤਿ ਦੇ ਵਿਦਵਾਨ ਨੂੰ ਮਿਲ ਰਿਹਾ। ਪਹਿਲੀ ਇਹੀ ਗੱਲ ਕਰੀਏ, ਨਹੀਂ ਮਿਲ ਰਿਹਾ ਹੈ, ਸਾਰਿਆਂ ਨੂੰ ਨਹੀਂ ਮਿਲ ਰਿਹਾ, ਪਰ ਕਿਤੇ ਕਿਤੇ ਮਿਲ ਵੀ ਰਿਹਾ ਜੀ। ਕੁਛ ਨਾ ਕੁਛ ਜਿਹੜੇ ਸਾਡੇ ਪ੍ਰਚਾਰਕ ਸੱਜਣ ਨੇ, ਪ੍ਰਚਾਰਕ ਸ਼੍ਰੇਣੀ ਆ, ਉਹ ਪੜ੍ਹੇ ਲਿਖੇ ਵੀ ਨੇ, ਗੁਰਮਤ ਨੂੰ ਸਮਝਦੇ ਵੀ ਨੇ, ਗੁਰਮਤ ਦਾ ਸਹੀ ਪ੍ਰਚਾਰ ਵੀ ਕਰ ਰਹੇ ਨੇ, ਉਹਨਾਂ ਨੂੰ ਮਾਣ ਸਤਿਕਾਰ ਵੀ ਸੰਗਤ ਵੱਲੋਂ ਬੜਾ ਮਿਲ ਰਿਹਾ ਜੀ। ਪਰ ਮਾਫ ਕਰਨਾ, ਮੈਨੂੰ ਇਹ ਕਹਿਣਾ ਪਏਗਾ ਕਿ ਬਹੁਤੇ ਗੁਰਦੁਆਰਿਆਂ ਦੇ ਵਿੱਚ ਕੀ ਹੈ ਕਿ ਸਿਰਫ ਗੁਰਦੁਆਰਾ ਖੁੱਲ੍ਹਣਾ ਚਾਹੀਦਾ ਹੈ ਜਾਂ ਕੁਝ ਉਹ ਪ੍ਰਬੰਧਕਾਂ ਦੀ ਸੇਵਾ ਹੋਣੀ ਚਾਹੀਦੀ ਹੈ, ਗ੍ਰੰਥੀ ਜੀ ਕਰਕੇ ਬੋਲਣਾ ਚਾਹੀਦਾ ਹੈ। ਸੋ ਜਿਹੜਾ ਗ੍ਰੰਥੀ ਜੀ ਕਰਕੇ ਬੋਲ ਰਿਹਾ ਹੈ ਜਾਂ ਉਹ ਰਹਿਤ ਮਰਜ਼ਾਦਾ ਨੂੰ ਛੱਡ ਕੇ ਸਿਰਫ ਪ੍ਰਬੰਧਕਾਂ ਦੀ ਗੱਲ ਸੁਣ ਰਿਹਾ ਹੈ, ਉਹਦਾ ਭਾਵ ਅਰਥ ਹੈ ਉਹ ਐਜੂਕੇਟਡ ਨਹੀਂ, ਉਹ ਪੜ੍ਹਿਆ ਲਿਖਿਆ ਨਹੀਂ, ਉਹ ਗੁਰੂ ਵਾਲੇ ਪੱਖ 'ਚ ਘੱਟ ਤੇ ਪ੍ਰਬੰਧਕਾਂ ਵਾਲੇ ਪੱਖ 'ਚ ਜ਼ਿਆਦਾ ਜਾ ਰਿਹਾ ਹੈ। ਸੋ ਇਹ ਵੀ ਇੱਕ ਮੈਂ ਸਮਝਦਾ ਕਿ ਬਹੁਤ ਵੱਡੀ ਘਾਟ ਹੈ। ਜ਼ਰੂਰੀ ਹੈ ਕਿ ਸਾਡੇ ਪ੍ਰਬੰਧਕ ਸੱਜਣ ਜਿਹੜੇ ਨੇ ਉਹ ਐਸੇ ਗ੍ਰੰਥੀਆਂ ਨੂੰ ਪਹਿਲ ਦੇਣ ਜਿਹੜੇ ਮਿਸ਼ਨਰੀ ਹੋਣ, ਚਾਹੇ ਉਹ ਟਕਸਾਲੀ ਹੋਣ, ਭਾਵ ਕਿਸੇ ਟਕਸਾਲ ਤੋਂ, ਕਿਸੇ ਗੁਰਮਤ ਵਿਦਿਆਲੇ ਤੋਂ ਸਹੀ ਤਰੀਕੇ ਦੇ ਨਾਲ ਪੜ੍ਹੇ ਹੋਣ ਜੀ। ਉਹਨਾਂ ਦੀ ਜਿੱਥੇ ਗੁਰਮਤ ਵਿਦਿਆ ਹੋਣੀ ਜ਼ਰੂਰੀ ਹੈ, ਚਾਹੇ ਉਹ ਮਿਸ਼ਨਰੀ ਹੋਣ, ਚਾਹੇ ਉਹ ਟਕਸਾਲੀ ਹੋਣ। ਇਹਦੇ ਨਾਲ ਨਾਲ ਉਹਨਾਂ ਦੀ ਸੰਸਾਰੀ ਪੜ੍ਹਾਈ ਵੀ ਜਿਹੜੀ ਹੈ, ਦੁਨਿਆਵੀ ਪੜ੍ਹਾਈ ਵੀ, ਭਾਵ ਚਾਹੇ ਉਹ ਕਮ ਸੇ ਕਮ +2 ਜਾਂ ਮਤਲਬ BA ਵਗੈਰਾ ਉਹਨਾਂ ਕੀਤੀ ਹੋਵੇ, ਕਿਸੇ MA ਕੀਤੀ ਹੋਵੇ, ਕਿਉਂਕਿ ਉਹ ਸੰਗਤ ਦੇ ਵਿੱਚ ਜਿਹੜਾ ਕਿਸੇ ਵੀ ਬੱਚੇ ਦਾ ਗੁਰਮਤ ਅਨੁਸਾਰ ਉਹ ਜਿਹੜਾ ਜਵਾਬ ਦੇ ਸਕਣ। ਜੀ, ਇੱਕ ਹੋਰ ਸਵਾਲ ਵੀਰ ਜੀ ਉਹਨਾਂ ਨੇ ਛੱਡਿਆ ਸੀ ਗਾਇਕਾਂ ਦਾ। ਵਾਕਿਆ ਹੀ ਅਸੀਂ ਗਾਇਕਾਂ ਨੂੰ ਜਦੋਂ ਮੰਨਿਆ, ਗਾਇਕਾਂ ਨੇ ਸਾਡੇ ਬੱਚਿਆਂ ਦੇ ਹੱਥ 'ਚ ਸ਼ਰਾਬ ਦੀਆਂ ਗਲਾਸੀਆਂ ਪਕੜਾ ਦਿੱਤੀਆਂ, ਉਹਨਾਂ ਦੇ ਕੰਨਾਂ ਵਿੱਚ ਮੁੰਦਰਾਂ ਪਵਾ ਦਿੱਤੀਆਂ, ਉਹਨਾਂ ਨੂੰ ਉਹਨਾਂ ਨੇ ਯਥਾਰਥ ਤੋਂ ਹਟਾ ਕੇ ਰਮਾਂਸਵਾਦ ਦੇ ਵਿੱਚ ਲਗਾ ਦਿੱਤਾ। ਪਰ ਜੇਕਰ ਅਸੀਂ ਪ੍ਰਚਾਰਕਾਂ ਨੂੰ ਗਾਇਕਾਂ ਨਾਲੋਂ ਵੱਧ ਸਤਿਕਾਰ ਦੇਣਾ ਸ਼ੁਰੂ ਕਰ ਦਈਏ ਤੇ ਇਹਦੇ ਨਤੀਜੇ ਕੀ ਨਿਕਲਣਗੇ? ਮੰਨ ਲਓ ਜਿਸ ਤਰ੍ਹਾਂ ਗਾਇਕਾਂ ਦੇ ਗਾਣਿਆਂ ਨੇ ਤੇ ਵਿਗਾੜ ਹੀ ਦਿੱਤੇ ਆ ਸਾਡੇ ਬੱਚੇ। ਉਹ ਗੁਰਦੁਆਰੇ ਆਉਣ ਨਾਲੋਂ
ਕਿਸੇ ਗਾਇਕ ਦੇ ਗਾਣੇ ਸੁਣਨ ਨੂੰ ਜ਼ਿਆਦਾ ਤਰਜੀਹ ਦਿੰਦੇ ਆ, ਔਰ ਕਈ ਵਾਰ ਸੜਕ ਤੇ ਚੱਲਦਿਆਂ ਵੀ ਮੋਬਾਈਲ ਹੈ ਜਿਹੜਾ ਉਹਦੇ ਉਹਨਾਂ ਨੇ ਏਅਰਫੋਨ ਕੰਨਾਂ 'ਚ ਲਗਾਏ ਹੁੰਦੇ ਆ, ਹੋਰ ਗੱਲ ਨਹੀਂ ਸੁਣਦੇ। ਕਲਾਸ ਦੇ ਵਿੱਚ ਵੀ ਕਈ ਵਾਰ ਮਾਸਟਰ ਦੀ ਗੱਲ ਨਹੀਂ ਸੁਣਦੇ ਕਿਉਂਕਿ ਉਹ ਗਾਣਾ ਸੁਣ ਰਹੇ ਹੁੰਦੇ ਆ ਉਸ ਵੇਲੇ। ਪਰ ਜੇਕਰ ਅਸੀਂ ਪ੍ਰਚਾਰਕਾਂ ਨੂੰ ਸਹੀ ਤਰੀਕੇ ਦੇ ਨਾਲ ਬੱਚਿਆਂ ਨੂੰ ਸੰਭਾਲਣ ਲਈ ਲਗਾਈਏ, ਇਹਦੇ ਨਤੀਜੇ ਕਿਸ ਤਰ੍ਹਾਂ ਦੇ ਨਿਕਲਣਗੇ? ਮੈਂ ਪਹਿਲਾਂ ਵੀਰ ਜੀ ਜਵਾਬ ਦੇਣ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿੰਦਾ ਵੀ ਬਿਲਕੁਲ ਜਿਹੜੀ ਗੱਲ ਤੁਸੀਂ ਆਖੀ ਹੈ ਨਾ ਵੀ ਗਾਇਕ ਨੂੰ ਪ੍ਰਾਇੋਰਟੀ ਕਿਉਂ ਦਿੱਤੀ ਜਾਂਦੀ ਹੈ। ਮੇਰਾ ਖਿਆਲ ਹੈ ਅੱਜ ਦੀ ਡੇਟ ਦੇ ਵਿੱਚ ਸਾਡੇ ਪ੍ਰਚਾਰਕ ਨੇ ਕਿਤੇ ਪ੍ਰਚਾਰ ਕਰਨ ਵਾਸਤੇ ਜਾਣਾ ਹੁੰਦਾ ਤਾਂ ਉਹਦੇ ਵਾਸਤੇ ਅਰੇਂਜਮੈਂਟ ਨਹੀਂ। ਪਿੱਛੇ ਜੇ ਮੈਂ ਇੱਕ WhatsApp ਦੇ ਉੱਤੇ ਕਲਿੱਪ ਵੀ ਆਇਆ, ਭਾਈ ਸਾਹਿਬ ਭਾਈ ਗੁਰਬਚਨ ਸਿੰਘ ਜੀ ਕਥਾਵਾਚਕ ਨੇ, ਉਹਨਾਂ ਦਾ ਕਲਿੱਪ ਆਇਆ ਸੀ। ਉਹ ਦੱਸ ਰਹੇ ਸੀ ਵੀ ਮੇਰੇ ਨਾਲ ਇੱਕ ਗਾਇਕ ਬੈਠਾ ਹੈ ਤੇ ਉਹਨੂੰ ਉਹਨਾਂ ਨੇ ਆਉਣ ਜਾਣ ਦੀ ਟਿਕਟ ਵੀ ਦਿੱਤੀ ਹੈ ਤੇ ਨਾਲ ਉਹਨੂੰ ਆਪਣੀ ਜੋ ਵੀ ਉਹਦੀ ਬਣਦੀ ਹੈ ਜੀ ਮਾਇਆ ਉਹ ਦਿੱਤੀ ਹੈ ਤੇ ਮੈਂ ਪ੍ਰਚਾਰ ਕਰਨ ਵਾਸਤੇ ਜਾ ਰਿਹਾ, ਮੈਨੂੰ ਟਿਕਟ ਵੀ ਕੋਲੋਂ ਲੈ ਕੇ ਜਾਣੀ ਪੈ ਰਹੀ ਹੈ। ਮਤਲਬ ਇਹ ਬੜੀ ਵੱਡੀ ਕਮੀ ਹੈ ਜੀ, ਬਹੁਤ ਵੱਡੀ ਕਮੀ ਹੈ ਕਿਉਂਕਿ ਸਾਡੇ ਸਿਸਟਮ ਨੂੰ ਜਿਹੜਾ ਨਾ ਉਹ ਜਿੰਨਾ ਇਲੈਕਟ੍ਰੀਫਾਈ ਹੋਣਾ ਚਾਹੀਦਾ ਨਾ ਉਹਨਾਂ ਇਲੈਕਟ੍ਰੀਫਾਈ ਹੋ ਨਹੀਂ ਰਿਹਾ ਸਾਡਾ ਸਿਸਟਮ। ਜੀ ਤੁਸੀਂ ਵੀਰ ਜੀ ਕਿਵੇਂ ਲੈ ਰਹੇ ਹੋ ਇਸ? ਮੈਂ ਬੇਨਤੀ ਇਸ ਤਰ੍ਹਾਂ ਕਰ ਰਿਹਾ ਕਿ ਜਿਹੜੀ ਅੱਜ ਦੇ ਸਮੇਂ ਦੀ ਗੱਲ ਤੁਸੀਂ ਕਹੀ ਹੈ ਗਾਇਕਾਂ ਵਗੈਰਾ ਦੀ ਜਾਂ ਸਾਡੇ ਫਿਲਮੀ ਕਲਾਕਾਰਾਂ ਦੀ, ਹੈਰਾਨਗੀ ਤਾਂ ਬਿਲਕੁਲ ਹੈ ਕਿ ਸਾਡੇ ਨੌਜਵਾਨ ਬੱਚੇ ਕਿਸੇ ਵੀ ਉਹਨਾਂ ਨੂੰ ਫਿਲਮੀ ਐਕਟਰ ਬਾਰੇ ਪੁੱਛੋ, ਕਿਸੇ ਗਾਇਕ ਬਾਰੇ ਪੁੱਛੋ, ਇੱਕਦਮ ਉਹਦਾ ਨਾਂ ਦੱਸਣਗੇ, ਉਹਦੇ ਮਾਂ-ਬਾਪ ਬਾਰੇ, ਉਹ ਕਿੱਥੋਂ ਦਾ ਰਹਿਣ ਵਾਲਾ ਹੈ, ਉਹਦਾ ਜਨਮ ਕਿੱਥੋਂ ਦਾ, ਇੱਕਦਮ ਦੱਸ ਦੇਣਗੇ। ਪਰ ਪੰਜਾਂ ਪਿਆਰਿਆਂ ਦੇ ਨਾਵਾਂ ਬਾਰੇ ਨਹੀਂ ਦੱਸਣਗੇ, 10 ਗੁਰੂ ਸਾਹਿਬਾਨਾਂ ਦੇ ਨਾਵਾਂ ਬਾਰੇ ਨਹੀਂ ਦੱਸਣਗੇ। ਦੂਸਰੇ ਪਾਸੇ ਦਾ ਕਾਰਨ ਕੀ ਹੈ, ਮੁੱਢ ਕੀ ਹੈ, ਅਸਲੀਅਤ ਕੀ ਹੈ? ਅਸਲੀਅਤ ਇਹ ਹੈ ਕਿ ਜਿਹੜਾ ਸਾਡਾ ਪ੍ਰਚਾਰ ਵੀ ਹੈ ਨਾ, ਇਹ ਵੀ ਆਧੁਨਿਕ ਪ੍ਰਚਾਰ ਨਹੀਂ ਹੈ। ਬਹੁਤੀ ਜਗ੍ਹਾ ਬਹੁਤੀ ਥਾਂ, ਕਿਉਂਕਿ ਅੱਜ ਇਲੈਕਟ੍ਰੋਨਿਕ ਮੀਡੀਆ ਹੈ। ਲੋਕੀ ਜੋ ਗੱਲ ਅੱਖੀਂ ਵੇਖਣਾ ਚਾਹੁੰਦੇ ਨਾ, ਉਹ ਕੰਨਾਂ ਨਾਲ ਸੁਣੀ ਗੱਲ ਹੋ ਰਿਹਾ ਤਾਂ ਅੱਖਾਂ ਨਾਲ ਗੱਲ ਵੇਖਣੀ ਹੋ ਰਿਹਾ। ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਿਹੜੇ ਸਾਡੇ ਪੰਜਾਬੀ ਧਾਰਮਿਕ ਸੀਰੀਅਲ ਹੋਣੇ ਚਾਹੀਦੇ ਸੀ ਸਾਡੇ ਸਿੱਖ ਇਤਿਹਾਸ ਤੇ, ਉਹ ਨਹੀਂ। ਸਾਡੀਆਂ ਜਿੰਨੀਆਂ ਫਿਲਮਾਂ ਬਣਨੀਆਂ ਜਿਹਦੀਆਂ ਉਹ ਨਹੀਂ ਸੀ ਬਣੀਆਂ ਜਾਂ ਨਹੀਂ ਅਜੇ ਬਣੀਆਂ। ਮੈਂ ਕਹਿਣਾ ਚਾਹੂੰਗਾ ਕਿ ਜੇ ਅਸੀਂ ਆਪਣੇ ਨੌਜਵਾਨ ਬੱਚਿਆਂ ਨੂੰ ਜਾਂ ਅੱਜ ਸਿੱਖ ਧਰਮ ਦੇ ਵਿੱਚ ਇਸ ਤਰੀਕੇ ਨਾਲ ਪ੍ਰਚਾਰ ਕਰੀਏ ਕਿ ਭਾਈ ਆ ਜਿਹੜੀਆਂ ਤੁਸੀਂ ਫਿਲਮਾਂ ਵੇਖ ਰਹੇ ਹੋ ਨਾ, ਨਾਟਕ ਵੇਖ ਰਹੇ ਹੋ, ਇਹ ਸਾਰੇ ਹੀ ਮਿਥਿਹਾਸਕ ਨੇ, ਭਾਵ ਇਹਨਾਂ ਦੀਆਂ ਕਹਾਣੀਆਂ ਝੂਠੀਆਂ ਹੈ। ਆਓ ਅਸੀਂ ਤੁਹਾਨੂੰ ਕਹਾਣੀ ਸੁਣਾਉਨੇ ਆ ਜਾਂ ਦੱਸਦੇ ਆ ਜਾਂ ਅਸੀਂ ਵਿਖਾ ਰਹੇ ਹਾਂ ਭਾਈ ਤਾਰੂ ਸਿੰਘ ਦੀ ਜੀ, ਵੀ 21 ਦਿਨ ਸਿਰ ਦੀ ਖੋਪਰੀ ਭਾਈ ਤਾਰੂ ਸਿੰਘ ਦੀ ਲੱਥ ਚੁੱਕੀ ਹੈ। 21 ਦਿਨ ਉਹ ਕਿਸ ਤਰ੍ਹਾਂ ਜਿਉਂਦਾ ਰਿਹਾ, ਇੱਕ ਬਹੁਤ ਵੱਡਾ ਬੱਚਿਆਂ ਵਾਸਤੇ ਸਵਾਲ ਪੈਦਾ ਹੋ ਜਾਏਗਾ। ਬੜੇ ਬੱਚੇ ਉਤਸ਼ਾਹ ਦੇ ਨਾਲ ਉਹਨੂੰ ਵੇਖਣਗੇ, ਬੱਚੇ ਉਤਸ਼ਾਹ ਦੇ ਨਾਲ ਉਹਨੂੰ ਸੁਣਨਗੇ। ਜੇ ਅਸੀਂ ਆਪਣੇ ਬੱਚਿਆਂ ਨੂੰ ਇਸ ਤਰੀਕੇ ਦੇ ਨਾਲ ਅੱਜ ਦੇ ਸਮੇਂ ਅਨੁਸਾਰ ਇਹ ਗੱਲ ਦੱਸਣ ਦੀ ਕੋਸ਼ਿਸ਼ ਕਰੀਏ ਵੀ ਵੇਖੋ, ਕਹਿਣ ਕਹਾਉਣ ਦੀਆਂ ਗੱਲਾਂ ਨਹੀਂ ਗੀਆਂ। ਬਾਬਾ ਦੀਪ ਸਿੰਘ, ਸਾਰੀ ਦੁਨੀਆ ਦਾ ਇਤਿਹਾਸ ਫੋੜ ਲਓ, ਇਹ ਗੱਲ ਤੁਹਾਨੂੰ ਸਾਹਮਣੇ ਕਿਤੋਂ ਨਹੀਂ ਮਿਲੇਗੀ ਕਿ ਬਾਬਾ ਦੀਪ ਸਿੰਘ, ਮੌਤ ਆਈ ਹੈ ਤੇ ਮੌਤ ਨੂੰ ਉਹ ਅੱਗੋਂ ਕਹਿੰਦਾ ਵੀ ਮੈਂ ਤੇਰੇ ਨਾਲ ਨਹੀਂ ਜਾਣਾ। ਦੂਜੇ ਪਾਸੇ ਸੁਣਦੇ ਆ ਵੀ ਮੌਤ ਨੂੰ ਕੋਈ ਜਵਾਬ ਨਹੀਂ ਦੇ ਸਕਦਾ, ਪਰ ਬਾਬਾ ਦੀਪ ਸਿੰਘ ਜੀ ਜਵਾਬ ਦੇ ਰਹੇ ਨੇ, ਮੈਂ ਤੇਰੇ ਨਾਲ ਨਹੀਂ ਜਾਣਾ। ਔਰ ਇਤਿਹਾਸ ਦੀ ਤਸਵੀਰ ਕਹਿ ਰਹੀ ਆ, ਇਤਿਹਾਸ ਦੀਆਂ ਪੰਕਤੀਆਂ ਕਹਿ ਰਹੀਆਂ, ਸਾਡਾ ਇਤਿਹਾਸ ਕਹਿ ਰਿਹਾ ਕਿ ਬਾਬਾ ਦੀਪ ਸਿੰਘ ਜੀ ਦਾ ਸੀਸ ਲੱਥ ਚੁੱਕਾ ਹੈ। ਪਰ ਸੀਸ ਲੱਥਣ ਦੇ ਬਾਵਜੂਦ ਵੀ ਬਾਬਾ ਦੀਪ ਸਿੰਘ 18 ਸ਼ੇਰ ਦੇ ਖੰਡਾ ਜਿਹੜਾ ਹੈ ਉਹ ਦੁਸ਼ਮਣਾਂ ਦੇ ਉੱਤੇ ਵਾਰ ਕਰ ਰਹੇ ਨੇ, ਦੁਸ਼ਮਣਾਂ ਨੂੰ ਝਟਕਾ ਰਹੇ ਨੇ, ਲੜਾਈ ਦੇ ਮੈਦਾਨੇ ਵਿੱਚ ਉਹ ਲੜ ਰਹੇ ਨੇ। ਕਿਸ ਤਰ੍ਹਾਂ ਜੀ, ਤੇ ਕੀ ਇਹ ਬੱਚਿਆਂ ਵਿੱਚ ਉਤਸ਼ਾਹ, ਕਿਉਂਕਿ ਇਹ ਬਿਲਕੁਲ ਹਕੀਕਤ ਹੈ, ਸੱਚ ਹੈ। ਤੇ ਸੱਚ ਅਸੀਂ ਬੱਚਿਆਂ ਨੂੰ ਨਹੀਂ ਦੱਸ ਸਕੇ, ਤੇ ਜੇ ਅਸੀਂ ਕਿਸੇ ਵੀ ਤਰੀਕੇ ਦੇ ਨਾਲ ਅਸੀਂ ਬੱਚਿਆਂ ਨੂੰ ਇਹ ਸੱਚ ਦੱਸ ਸਕਦੇ ਕਿ ਕਿਸ ਤਰ੍ਹਾਂ ਉਹ ਬੀਬੀਆਂ ਨੇ ਵਾਕਿਆ ਆਪਣੇ ਬੱਚਿਆਂ ਦੇ ਟੋਟੇ ਕਰਵਾ ਕੇ ਗਾਲਾਂ ਚ ਪਵਾ ਲਏ ਜੀ। ਅੱਜ ਲੋੜ ਹੈ ਵੀ ਜੇ ਅਸੀਂ ਫਿਰ ਬੱਚਿਆਂ ਨੂੰ ਫਿਲਮਾਂ ਨਹੀਂ ਵਿਖਾ ਸਕਦੇ ਜਾਂ ਸਾਡੇ ਇਹਨੇ ਸੀਰੀਅਲ ਨਹੀਂ, ਤੇ ਜਿਸ ਤਰ੍ਹਾਂ ਗੁਰਦੁਆਰਾ ਮਹਿਤੇ ਆਣਾ ਜੀ, ਉਹ ਸਾਹਮਣੇ ਸਭ ਕੁਝ ਉੱਥੇ ਬਣਿਆ ਬਣਾਇਆ ਹੈ, ਉਹਨੂੰ ਵਿਖਾਈਏ, ਉਹਨਾਂ ਨੂੰ ਇਤਿਹਾਸ ਦੱਸੀਏ। ਤੇ ਮੈਂ ਸਮਝਦਾ ਕਿ ਉਹ ਜਿਹੜੀ ਚੀਜ਼ ਬੱਚੇ ਦੇ ਅੱਖੀਂ ਵੇਖ ਕੇ ਉਹਨਾਂ ਦੇ ਮਨ ਵਿੱਚ ਵਸ ਜਾਏਗੀ, ਉਹ ਬੱਚੇ ਮੁੜ ਕੇ ਸਿੱਖੀ ਤੋਂ ਪਤਿਤ ਨਹੀਂ ਹੋਣਗੇ ਜੀ। ਤੁਹਾਡੀ ਇੱਕ ਕਿਤਾਬ ਸੱਚੇ ਸਿੱਖ ਪ੍ਰਚਾਰਕ ਬਣੀਏ, ਇਹ ਵੀ ਮੇਰੇ ਸਾਹਮਣੇ ਹੈ, ਤੇ ਇਹਦੇ ਵਿੱਚ ਅਸੀਂ ਇਹ ਜਾਣਨਾ ਚਾਹੁੰਦੇ ਹਾਂ ਵੀ ਜੇ ਗੁਰਮਤ ਦੀ ਵਿੱਦਿਆ ਦਿੱਤੀ ਜਾਏ ਬੱਚਿਆਂ ਨੂੰ
ਦੁਨਿਆਵੀ ਵਿੱਦਿਆ ਦੇ ਕੇ ਅਸੀਂ ਬੜੇ ਡਾਕਟਰ, ਵਕੀਲ, ਇੰਜੀਨੀਅਰ ਬਣਾ ਲਏ ਆ, ਪਰ ਚੰਗੇ ਇਨਸਾਨ ਅਸੀਂ ਸ਼ਾਇਦ ਅੱਜ ਨਹੀਂ ਬਣਾ ਪਾਏ। ਸਿੱਖਾਂ ਦੇ ਵਿੱਚੋਂ ਚੰਗੇ ਇਨਸਾਨ ਬਣਾਉਣ ਦੀ ਜਿਹੜੀ ਸਿੱਖਿਆ ਮਿਲਦੀ ਸੀ ਉਸ ਨੂੰ ਅਸੀਂ ਯੂਜ਼ ਨਹੀਂ ਕੀਤਾ। ਜੇ ਇਹ ਯੂਜ਼ ਕਰੀਏ, ਕਿਵੇਂ ਚੰਗੇ ਇਨਸਾਨ ਅਸੀਂ ਬਣਾ ਸਕਦੇ ਹਾਂ? ਹਾਂ ਵੀਰ ਜੀ, ਸਭ ਤੋਂ ਪਹਿਲਾਂ ਤਾਂ ਮੈਂ ਬੇਨਤੀ ਕਰਾਂਗਾ ਕਿ ਅਸਲੀਅਤ ਵਿੱਚ ਅਸੀਂ ਬਹੁਤਿਆਂ ਨੇ ਧਰਮ ਨੂੰ ਸਮਝਿਆ ਹੀ ਨਹੀਂ। ਜੇ ਮੈਂ ਕਹਿ ਦਾਂ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ ਤੇ ਆਪਾਂ ਸਾਰੇ ਇੱਕ ਹੀ ਬਚਨ ਕਹਾਂਗੇ ਮੰਨਦੇ ਹਾਂ। ਕੋਈ ਸ਼ੱਕ ਨਹੀਂ, ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ। ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਤੇ ਸਾਰੇ ਮੰਨਦੇ ਹਾਂ, ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਨਹੀਂ ਮੰਨਦੇ। ਭਾਵ ਜੋ ਗੁਰੂ ਗ੍ਰੰਥ ਸਾਹਿਬ ਜੀ ਕਹਿ ਰਹੇ ਉਹ ਨਹੀਂ ਮੰਨਦੇ। ਧਰਮ ਦਾ ਭਾਵ ਸਿਰਫ ਗੁਰਦੁਆਰੇ, ਮੰਦਿਰ, ਮਸਜਿਦਾਂ ਆਦਿਕ ਨਹੀਂ, ਜਾਂ ਗੁਰਦੁਆਰੇ ਦੀਆਂ ਇੱਟਾਂ ਨਹੀਂ, ਸਿਰਫ ਨਿਸ਼ਾਨ ਸਾਹਿਬ ਨਹੀਂ, ਜੋ ਉੱਥੋਂ ਸਿੱਖਿਆ ਮਿਲ ਰਹੀ ਹੈ ਉਹ ਅਸਲੀਅਤ ਵਿੱਚ ਧਰਮ ਹੈ। ਦੂਸਰੀ ਗੱਲ, ਧਰਮ ਦਾ ਭਾਵ, ਧਰਮੀ ਹੋਣ ਦਾ ਭਾਵ ਇਹ ਨਹੀਂ ਕਿ ਸਾਡਾ ਕੋਈ ਫਾਇਦਾ ਗੁਰੂ ਸਾਹਿਬ ਨੂੰ ਹੈ ਜਾਂ ਦੂਸਰੇ ਸਮਾਜ ਨੂੰ ਹੈ। ਧਰਮ ਦਾ ਸਭ ਤੋਂ ਵੱਡਾ ਫਾਇਦਾ ਸਾਨੂੰ ਆਪਣੇ ਆਪ ਨੂੰ ਹੈ। ਹੁਣ ਇਹ ਰੋਗਾਂ ਦੀ ਗੱਲ ਆਪ ਜੀ ਨੇ ਕੀਤੀ, ਮਨੁੱਖ ਨੂੰ ਰੋਗ ਕਿਉਂ ਲੱਗਦੇ ਨੇ, ਬਿਮਾਰੀਆਂ ਕਿਉਂ ਲੱਗਦੀਆਂ, ਚੰਗਾ ਭਲਾ ਬੰਦਾ ਦੁਖੀ ਕਿਉਂ ਹੋ ਜਾਂਦਾ, ਕੀ ਕਾਰਨ ਹੈ? ਤੇ ਮਾਫ ਕਰਨਾ, ਹਕੀਕਤ ਨੂੰ ਮੰਨਣਾ ਪਏਗਾ। ਅੱਜ ਇੰਨੇ ਹਸਪਤਾਲ ਨੇ, ਇੰਨੇ ਡਾਕਟਰ ਨੇ, ਇੰਨੀਆਂ ਲੈਬੋਰਟਰੀਆਂ ਨੇ, ਇੰਨੀਆਂ ਦਵਾਈਆਂ ਨੇ, ਪਰ ਦਿਨੋਂ ਦਿਨ ਫਿਰ ਵੀ ਰੋਗ ਵੱਧਦੇ ਜਾ ਰਹੇ ਨੇ, ਬਿਮਾਰੀਆਂ ਵੱਧਦੀਆਂ ਜਾ ਰਹੀਆਂ। ਕਿਉਂ? ਕਾਰਨ ਸਿਰਫ ਇਹ ਆ ਕਿ ਅਸੀਂ ਮੂਲ ਤੋਂ ਪਿਛਾਂਹ ਹਟ ਗਏ ਹਾਂ, ਸੱਚ ਤੋਂ ਪਿਛਾਂਹ ਹਟ ਗਏ ਹਾਂ, ਗੁਰਦੁਆਰੇ ਤੋਂ ਪਿਛਾਂਹ ਹਟ ਗਏ ਹਾਂ, ਬਾਣੀ ਤੇ ਬਾਣੇ ਤੋਂ ਪਿਛਾਂਹ ਹਟ ਗਏ ਹਾਂ। ਅਸੀਂ ਕਰਤਾਰੀ ਨਹੀਂ ਰਹੇ, ਅਸੀਂ ਸੰਸਾਰੀ ਬਣ ਗਏ। ਰੋਗਾਂ ਦਾ ਕਾਰਨ ਕੀ? ਮੇਰੇ ਪਾਤਸ਼ਾਹ ਨੇ ਇਹ ਬਚਨ ਗੁਰੂ ਅਰਜਨ ਦੇਵ ਮਹਾਰਾਜ ਨੇ ਕੀਤਾ ਵੀ ਕਤਕ ਕਰਮ ਕਮਾਵਨੇ ਦੋਸ਼ ਨਾ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਇਹ ਸਾਰੇ ਰੋਗ ਇਸੇ ਕਰਕੇ ਹੀ ਹੈ ਕਿ ਅਸੀਂ ਗੁਰੂ, ਪਰਮਾਤਮਾ, ਗੁਰਦੁਆਰੇ ਤੋਂ ਦੂਰ ਹੋ ਗਏ ਆ। ਸਤ ਸੰਗਤ ਜੀ, ਗੁਰਮਤ ਵਿਚਾਰਾਂ ਦੀ ਇਹ ਸਾਂਝ ਤਾਂ ਮਨ ਕਰਦਾ ਹੋਰ ਕਰੀ ਚੱਲੀਏ, ਪਰ ਸਾਨੂੰ ਸਮਾਂ ਇਜਾਜ਼ਤ ਨਹੀਂ ਦਿੰਦਾ। ਤੇ ਹੁਣ ਕੁਝ ਸਾਡੇ ਦਰਸ਼ਕਾਂ ਵੱਲੋਂ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਰਜਿੰਦਰ ਸਿੰਘ ਜੀ ਚੰਡੀਗੜ੍ਹ ਤੋਂ ਵੀਰ ਜੀ ਪੁੱਛਦੇ ਆ ਕਿ ਧਰਮ ਪ੍ਰਚਾਰ ਲਈ ਸਾਡੇ ਪ੍ਰਚਾਰਕ ਕਿਹੋ ਜਿਹੇ ਹੋਣ, ਇਹ ਇਹਨਾਂ ਦਾ ਸਵਾਲ ਹੈ। ਇਸ ਦਾ ਉੱਤਰ ਸੰਖੇਪ ਸ਼ਬਦਾਂ ਵਿੱਚ ਸਮਾਂ ਮੈਂ ਬੇਨਤੀ ਕਰਾਂਗਾ ਜੀ, ਜਿਹੜੇ ਸਾਡੇ ਧਾਰਮਿਕ ਪ੍ਰਚਾਰਕ ਆ ਉਹ ਬੜੇ ਪੜ੍ਹੇ ਲਿਖੇ, ਸੰਸਾਰੀ ਵਿੱਦਿਆ ਦੇ ਨਾਲ ਗੁਰਮਤਿ ਦੀ ਪੜ੍ਹਾਈ ਅਤੇ ਪਬਲਿਕ ਦੇ ਵਿੱਚ, ਸੰਸਾਰ ਦੇ ਵਿੱਚ, ਦੁਨੀਆ ਦੇ ਵਿੱਚ ਕਿਸ ਤਰ੍ਹਾਂ ਵਿਚਰਨਾ, ਇਹ ਉਹਨਾਂ ਦਾ ਆਪਣਾ ਐਕਸਪੀਰੀਅੰਸ ਹੋਣਾ ਚਾਹੀਦਾ। ਔਰ ਸਿੱਖ ਸੰਗਤਾਂ ਦੇ ਵਿੱਚ ਜਦੋਂ ਉਹ ਪ੍ਰਚਾਰ ਕਰਦੇ ਨੇ, ਕੋਈ ਵੀ ਐਸੀ ਦੁਬਿਧਾ ਵਾਲੀ ਗੱਲ, ਕੰਟਰੋਵਰਸੀ ਵਾਲੀ ਗੱਲ ਵੀ ਜਿਹਦੇ ਉੱਤੇ ਐਵੇਂ ਅਸੀਂ ਬਿਨਾਂ ਮਤਲਬ ਤੋਂ ਆਰਗੂ ਕਰੀ ਜੇ ਇਹ ਨਹੀਂ ਜੀ ਇੰਜ ਆ, ਉਹ ਗੱਲ ਕੀਤੀ ਜਾਵੇ। ਖਾਸ ਕਰਕੇ ਜੋ ਮੈਂ ਵਿਦੇਸ਼ਾਂ ਦੇ ਵਿੱਚ ਵੇਖਿਆ ਕਿ ਇਹ ਮਿਸ਼ਨਰੀ ਆ ਜੀ, ਇਹ ਟਕਸਾਲੀ ਆ, ਵੀ ਟਕਸਾਲੀ ਕੋਈ ਵੱਖਰਾ ਨਹੀਂ, ਮਿਸ਼ਨਰੀ ਕੋਈ ਵੱਖਰਾ ਨਹੀਂ, ਅਸੀਂ ਸਾਰੇ ਭਰਾ ਹਾਂ। ਤੇ ਇੱਕ ਵਚਨ ਕਹਿਣਾ ਚਾਹੂੰਗਾ ਕਿ ਜੇ ਅਸੀਂ ਚਾਹੁੰਦੇ ਹਾਂ ਸਾਡਾ ਸਾਰੇ ਸਿੱਖਾਂ ਦਾ ਸਤਿਕਾਰ ਹੋਵੇ, ਸਾਨੂੰ ਮਾਣ ਇੱਜ਼ਤ ਮਿਲੇ, ਸਾਨੂੰ ਪਿਆਰ ਮਿਲੇ, ਜਿੱਥੇ ਵੀ ਸਿੱਖ ਜਾਵੇ, ਜਿਹੜਾ ਵੀ ਸਾਨੂੰ ਮਿਲੇ ਅਦਬ ਨਾਲ ਮਿਲੇ, ਦੂਜੀਆਂ ਕੌਮਾਂ ਵਾਲੇ ਸਾਡੇ ਨਾਲ ਪਿਆਰ ਕਰਨ, ਤੇ ਸਾਨੂੰ ਇੱਕ ਝੰਡੇ ਥੱਲੇ ਭਾਵ ਅਕਾਲ ਤਖਤ ਦੇ ਹੁਕਮ ਨੂੰ ਮੰਨਣਾ ਪਏਗਾ। ਉਹ ਛਤਰ ਛਾਇਆ ਥੱਲੇ ਸਾਨੂੰ ਇਕੱਠੇ ਹੋਣਾ ਪਏਗਾ। ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵ ਲਾਏ, ਹਰ ਨਾਮੇ ਕੇ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਿਛਾਏ। ਗੁਰੂ ਨਾਨਕ ਪਾਤਸ਼ਾਹ ਦੀ ਸੋਚ ਨੂੰ ਸਾਨੂੰ ਅਪਣਾਉਣਾ ਪਏਗਾ ਤੇ ਮੰਨਣਾ ਪਏਗਾ, ਅੰਮ੍ਰਿਤਧਾਰੀ ਬਣਨਾ ਪਏਗਾ, ਰਹਿਤ ਮਰਜ਼ਾਦਾ ਸਿੱਖਣੀ ਪਏਗੀ, ਉਸ ਤੇ ਚੱਲਣਾ ਪਏਗਾ, ਪਹਿਰਾ ਦੇਣਾ ਪਏਗਾ। ਸਤ ਸੰਗਤ ਜੀ, ਆਪ ਜੀ ਦੇ ਮਨ ਵਿੱਚ ਵੀ ਬਹੁਤ ਸਾਰੇ ਸਵਾਲ ਹੋਣਗੇ ਜਿਨ੍ਹਾਂ ਦੇ ਤੁਸੀਂ ਜਵਾਬ ਸਾਡੇ ਇਸ ਪ੍ਰੋਗਰਾਮ ਵਿੱਚ ਗੁਰਮਤਿ ਦੇ ਵਿਦਵਾਨਾਂ ਪਾਸੋਂ ਜਾਣਨਾ ਚਾਹੁੰਦੇ ਹੋ ਤਾਂ ਆਪਣੇ ਮੋਬਾਈਲ ਦੇ ਮੈਸੇਜ ਬਾਕਸ ਵਿੱਚ ਜਾ ਕੇ ਸਭ ਤੋਂ ਪਹਿਲੇ ਲਿਖੋ GV, ਫਿਰ ਉਸ ਤੋਂ ਬਾਅਦ ਆਪਣਾ ਸਵਾਲ ਤੇ ਨਾਮ ਲਿਖ ਕੇ ਸਾਨੂੰ ਭੇਜ ਦੇਵੋ 5424 ਤੇ। ਆਪ ਜੀ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਅਸੀਂ ਅਗਲੇ ਪ੍ਰੋਗਰਾਮਾਂ ਵਿੱਚ ਗੁਰਮਤਿ ਦੇ ਵਿਦਵਾਨਾਂ ਪਾਸੋਂ ਆਪ ਜੀ ਨੂੰ ਦਿਵਾਉਣ ਦਾ ਯਤਨ ਕਰਾਂਗੇ। ਆਪ ਜੀ ਵੀਰ ਜੀ ਪ੍ਰੋਗਰਾਮ ਵਿੱਚ ਪਹੁੰਚ ਕੇ ਸੰਗਤਾਂ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ। ਆਸ ਕਰਾਂਗੇ ਅੱਗੇ ਤੋਂ ਵੀ ਜ਼ਿਆਦਾ ਆਪ ਜੀ ਨੂੰ ਇਸ ਪ੍ਰੋਗਰਾਮ ਵਿੱਚ ਬੁਲਾਈਏ, ਇਸੇ ਤਰ੍ਹਾਂ ਪਹੁੰਚ ਕੇ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਦੇ ਨਾਲ ਨਿਹਾਲ ਕਰਦੇ ਰਹੋਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।